ਨੂੰ ਰੋਡ ਸੈਂਸ ਵੱਲ ਅੱਜ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਜਿਹੜੇ ਟ੍ਰੈਫਿਕ ਦੇ ਨਿਯਮ ਹੈਗੇ ਆ ਉਹਨਾਂ ਨੂੰ ਸਮਝਣ ਦੀ ਲੋੜ ਆ। ਸਾਨੂੰ ਉਹਨਾਂ ਗਾਈਡਲਾਈਨਸ ਨੂੰ ਅਪਣਾ ਕੇ ਚੱਲਣ ਦੀ ਲੋੜ ਆ, ਕਿਉਂਕਿ ਅਸੀਂ ਉਹਨਾਂ ਨਿਯਮਾਂ ਨੂੰ, ਉਹਨਾਂ ਗਾਈਡਲਾਈਨਸ ਨੂੰ ਇੱਕ ਬੋਝ ਸਮਝ ਕੇ ਚੱਲਦੇ ਹਾਂ। ਅਸੀਂ ਇਹ ਨਹੀਂ ਸੋਚਦੇ ਕਿ ਇਹ ਜਿਹੜੀਆਂ ਗਾਈਡਲਾਈਨਸ ਆ ਇਹ ਸਾਡੀ ਜ਼ਿੰਦਗੀ ਨੂੰ ਸੇਵ ਕਰਨ ਲਈ ਆ, ਪਲੱਸ ਸਾਡੇ ਨਾਲ ਕਿਸੇ ਹੋਰ ਦੀ ਵੀ ਜ਼ਿੰਦਗੀ ਬਚ ਸਕੇ। ਮੈਂ ਆਪਣੇ ਪਿੰਡ ਤੋਂ ਹੀ ਆ ਰਿਹਾ ਸੀਗਾ ਜਲੰਧਰ ਨੂੰ, ਤੇ ਕਾਲਾ ਬੱਕਰਾ ਦੇ ਲਾਗੇ ਮਤਲਬ ਰੋਡ ਦੇ ਉੱਤੇ ਹੀ ਇੱਕ ਗੱਡੀ ਦਾ ਐਕਸੀਡੈਂਟ ਹੋਇਆ। ਉਹ ਗੱਡੀ ਕਿਸੇ ਹੋਰ ਗੱਡੀ 'ਚ ਵੱਜੀ। ਧੁੰਦ ਦਾ ਮੌਸਮ ਸੀਗਾ, ਜਨਵਰੀ ਮਹੀਨੇ ਦੇ ਦਿਨ ਸੀਗੇ। ਉਹਦੇ ਪਿੱਛੇ ਕਿਸੇ ਨੇ ਹੋਰ ਲਿਆ ਕੇ ਗੱਡੀ ਮਾਰ ਦਿੱਤੀ। ਉਹ ਅਗਲੀਆਂ ਪਿਛਲੀਆਂ ਦੋਨੋਂ ਹੀ ਗੱਡੀਆਂ ਜਿਹੜੀਆਂ ਉਹ ਮਤਲਬ ਕ੍ਰਾਸ ਕਰ ਗਈਆਂ। ਉਹ ਗੱਡੀ ਉੱਥੇ ਦੀ ਉੱਥੇ ਹੀ ਉਹਦੇ 'ਚੋਂ ਧੂੰਆਂ ਨਿਕਲ ਰਿਹਾ ਸੀਗਾ। ਤੇ ਪਹਿਲਾਂ ਤੇ ਉਹ ਭਾਈ ਸਾਹਿਬ ਨੂੰ, ਉਹਨਾਂ ਨੂੰ ਦੇਖਿਆ, ਮੈਂ ਕਿਹਾ ਭਾਜੀ ਤੁਸੀਂ ਠੀਕ ਹੋ? ਬਿਲਕੁਲ। ਆਂਦੇ ਹਾਂਜੀ ਮੈਂ ਠੀਕ ਹਾਂ, ਮੇਰਾ ਬੇਟਾ ਜੀ, ਮੇਰਾ ਬੱਚਾ। ਮੈਂ ਕਿਹਾ ਟਿਕਟ ਲੈ ਗਏ ਸੀ ਮੇਰਾ। ਮੈਨੂੰ ਫਿਰ ਉਹਨਾਂ 6 ਘੰਟੇ ਬਾਅਦ ਕਾਲ ਆਈ ਤੇ ਉਹ ਕਹਿੰਦੇ ਜੀ ਬੇਟਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਤੇ ਮੈਨੂੰ ਉਹ ਬੱਚੇ ਦੀ ਆਵਾਜ਼, ਮੈਂ ਮਤਲਬ ਭਾਵੁਕ ਹੋ ਜਾਂਦਾ ਸੁਣ ਕੇ ਕਿ ਅੱਜ ਵੀ ਉਹ ਆਵਾਜ਼ ਮੇਰੇ ਕੰਨਾਂ 'ਚ ਆ। ਥੈਂਕਸ ਅੰਕਲ। ਤੇ ਦ ਮੀਡੀਅਮ ਦੇ ਨਾਲ ਜੁੜ ਚੁੱਕੇ ਹੋ ਤੇ ਮੈਂ ਰਤਨਾਕਰ ਹਾਂ। ਅਕਸਰ ਅਸੀਂ ਸੁਣਦੇ ਹੁੰਦੇ ਹਾਂ ਕਿ ਵੀ ਲੋਕਾਂ ਦੇ ਹੀ ਦੁੱਖ ਦਰਦ ਤੋਂ ਕੋਈ ਮਤਲਬ ਨਹੀਂ ਹੈਗਾ। ਲੋਕ ਚਾਹੇ ਜਿੰਨੇ ਤਕਲੀਫਾਂ ਦੇ ਵਿੱਚ ਹੋਣ, ਲੇਕਿਨ ਆਪਣੇ ਹੀ ਸਾਥ ਛੱਡ ਜਾਂਦੇ ਹੁੰਦੇ ਆ। ਲੇਕਿਨ ਅੱਜ ਤੁਹਾਨੂੰ ਇੱਕ ਐਸੇ ਖਾਸ ਇਨਸਾਨ ਦੇ ਨਾਲ ਮਿਲਾਉਣ ਜਾ ਰਿਹਾ ਆ, ਜਿਹੜੇ ਕਿ ਲੋਕਾਂ ਦੇ ਦੁੱਖ ਤਕਲੀਫਾਂ ਤੋਂ ਬਖੂਬੀ ਆਪਣੀ ਹਮਦਰਦੀ ਵੀ ਰੱਖਦੇ ਆ ਤੇ ਕੋਸ਼ਿਸ਼ ਵੀ ਕਰਦੇ ਆ ਕਿ ਉਹਨਾਂ ਦੀ ਦੁੱਖ ਤਕਲੀਫ ਨੂੰ ਦੂਰ ਕੀਤਾ ਜਾਵੇ। ਅਮਨਦੀਪ ਬਾਈ ਸਾਡੇ ਨਾਲ ਨੇ, ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਵਿੱਚ ਵੀ ਜੁੜੇ ਹੋਏ ਨੇ ਤੇ ਕਾਫੀ ਕੁਝ ਇਹਨਾਂ ਨੇ ਕੀਤਾ ਹੈ ਸਮਾਜ ਦੇ ਵਿੱਚ ਇੱਕ ਤਬਦੀਲੀ ਲੈ ਕੇ ਆਉਣ ਦੇ ਲਈ। ਕੀ ਕੁਝ ਕੀਤਾ ਹੈ ਬਾਈ ਜੀ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਥੈਂਕ ਯੂ ਸਰ, ਥੈਂਕ ਯੂ ਸੋ ਮਚ। ਮੇਰਾ ਇਹ ਵੀ ਆਉਂਦਾ ਹੈ ਕਿ ਤੁਹਾਨੂੰ ਇਹ ਕਿਉਂ ਲੱਗਿਆ ਤੇ ਕਦੋਂ ਲੱਗਿਆ ਕਿ ਯਾਰ ਵੀ ਟ੍ਰੈਫਿਕ ਨਿਯਮਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ? ਹਾਂਜੀ ਬਿਲਕੁਲ ਜੀ। ਮੈਂ ਸਰ ਮੇਰਾ ਬੇਸਿਕਲੀ ਮੇਰਾ ਡਿਸਟ੍ਰਿਕਟ ਗੁਰਦਾਸਪੁਰ ਆ। ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਤੇ ਮੈਂ ਆਪਣੇ ਪਿੰਡ ਤੋਂ ਹੀ ਆ ਰਿਹਾ ਸੀਗਾ ਜਲੰਧਰ ਨੂੰ, ਤੇ ਕਾਲਾ ਬੱਕਰਾ ਦੇ ਲਾਗੇ ਮਤਲਬ ਰੋਡ ਦੇ ਉੱਤੇ ਹੀ ਇੱਕ ਗੱਡੀ ਦਾ ਐਕਸੀਡੈਂਟ ਹੋਇਆ। ਉਹ ਗੱਡੀ ਕਿਸੇ ਹੋਰ ਗੱਡੀ 'ਚ ਵੱਜੀ। ਧੁੰਦ ਦਾ ਮੌਸਮ ਸੀਗਾ, ਜਨਵਰੀ ਮਹੀਨੇ ਦੇ ਦਿਨ ਸੀਗੇ। ਉਹਦੇ ਪਿੱਛੇ ਕਿਸੇ ਨੇ ਹੋਰ ਲਿਆ ਕੇ ਗੱਡੀ ਮਾਰ ਦਿੱਤੀ। ਉਹ ਅਗਲੀਆਂ ਪਿਛਲੀਆਂ ਦੋਨੋਂ ਹੀ ਗੱਡੀਆਂ ਜਿਹੜੀਆਂ ਉਹ ਮਤਲਬ ਕ੍ਰਾਸ ਕਰ ਗਈਆਂ। ਉਹ ਗੱਡੀ ਉੱਥੇ ਦੀ ਉੱਥੇ ਹੀ ਉਹਦੇ 'ਚੋਂ ਧੂੰਆਂ ਨਿਕਲ ਰਿਹਾ ਸੀਗਾ। ਤੇ ਮੈਂ ਫਿਰ ਆਪਣੀ ਗੱਡੀ ਪਹਿਲੇ ਸਾਈਡ 'ਤੇ ਪਾਰਕ ਕਰਕੇ ਤੇ ਫਿਰ ਉਹਨੂੰ ਦੇਖਿਆ ਤੇ ਅੰਦਰ ਇੱਕ ਬੱਚਾ ਸੀਗਾ ਜਿਹੜਾ ਕਿ ਸ਼ੀਸ਼ੇ ਦੇ ਵਿੱਚ ਫਸਿਆ ਹੋਇਆ ਸੀ ਅੱਗੇ। ਤੇ ਭਾਈ ਸਾਹਿਬ ਜਿਹੜੇ ਉਹ ਸੈਂਸਲੈਸ ਹਾਲਤ ਦੇ ਵਿੱਚ ਉੱਥੇ ਜਿਹੜੇ ਆ ਉਹ ਬੈਠੇ ਹੋਏ ਸੀਗੇ। ਤੇ ਮੈਂ ਉੱਤਰ ਕੇ ਪਹਿਲਾਂ ਤੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਕੋਈ ਜਣਾ ਮੇਰੇ ਨਾਲ ਰੁਕ ਜੇ ਤੇ ਆਪਾਂ ਇਹਨਾਂ ਨੂੰ ਗੱਡੀ 'ਚੋਂ ਕੱਢ ਕੇ ਸੇਫਲੀ ਬਾਹਰ ਕੱਢ ਲਈਏ। ਪਰ ਜਦੋਂ ਵੀ ਮੋਸਟਲੀ ਤੁਸੀਂ ਸੜਕਾਂ 'ਤੇ ਦੇਖਿਓ, ਜਦੋਂ ਕੋਈ ਦੁਰਘਟਨਾ ਹੋਈ ਹੁੰਦੀ ਆ ਤੇ ਅਸੀਂ ਉੱਥੇ ਵੀਡੀਓਜ਼ ਤੇ ਬਣਾਉਣ ਲੱਗ ਪੈਂਦੇ ਆ, ਦੇਖੋ ਜੀ ਆ ਰੋਡ ਐਕਸੀਡੈਂਟ ਹੋਇਆ। ਪਰ ਉਹਦੀ ਮਦਦ ਕਰਨ ਲਈ ਐਫਰਟਸ ਸਾਡੀਆਂ ਕਰਦੇ ਵੀ ਨੇ ਲੋਕ ਤੇ ਬਹੁਤ ਘੱਟ ਵੀ ਆ। ਤੇ ਨਹੀਂ ਕੋਈ ਰੁਕਿਆ ਜੀ, ਮਤਲਬ ਕੋਈ ਵੀ ਬੰਦਾ ਉੱਥੇ ਰੁਕਣ ਲਈ ਤਿਆਰ ਨਹੀਂ ਸੀ। ਹਰ ਕੋਈ ਹੈਲਪ ਮੰਗ ਰਹੇ। ਹਾਂਜੀ, ਮੈਂ ਚਾਹ ਰਿਹਾ ਸੀ ਕਿ ਕੋਈ ਹੋਰ ਮੇਰੇ ਨਾਲ ਆ ਜਾਏ। 2 ਜਣੇ ਸੀਗੇ ਉਹਦੇ, ਚਲੋ ਆਪਾਂ ਉਹਨਾਂ ਨੂੰ ਕਰੀਏ ਹੈਲਪ। ਪਰ ਹਰ ਬੰਦਾ ਇਸ਼ਾਰੇ ਨਾਲ, ਮੈਂ 1 ਮਿੰਟ ਆ ਗਿਆ ਜੀ, 1 ਮਿੰਟ ਆ ਗਿਆ ਕਰਦੇ ਨਿਕਲ ਕੇ ਅੱਗੇ। ਤੇ ਮੈਨੂੰ ਪਰਮਾਤਮਾ ਨੇ ਅੰਦਰੋਂ ਇੰਡੀਕੇਟ ਕੀਤਾ ਕਿ ਬਈ ਤੈਨੂੰ ਇਸ ਕੰਮ ਲਈ ਚੁਣਿਆ ਤੇ ਫਿਰ ਹੋਰ ਕਿਸੇ ਨੇ ਆਉਣਾ ਹੀ ਨਹੀਂ ਆ। ਫਿਰ ਮੈਂ ਜੀ ਪਹਿਲਾਂ ਤੇ ਉਹ ਭਾਈ ਸਾਹਿਬ ਨੂੰ, ਉਹਨਾਂ ਨੂੰ ਦੇਖਿਆ, ਮੈਂ ਕਿਹਾ ਭਾਜੀ ਤੁਸੀਂ ਠੀਕ ਹੋ? ਬਿਲਕੁਲ। ਆਂਦੇ ਹਾਂਜੀ ਮੈਂ ਠੀਕ ਹਾਂ, ਮੇਰਾ ਬੇਟਾ ਜੀ, ਮੇਰਾ ਬੱਚਾ। ਮੈਂ ਕਿਹਾ ਜੀ ਬੱਚਾ ਦੇਖੋ, ਬੱਚਾ ਤੁਹਾਡਾ ਬਿਲਕੁਲ ਠੀਕ ਆ। ਤੁਸੀਂ ਜਿਸ ਵੀ ਪਰਮੇਸ਼ਵਰ ਨੂੰ ਮੰਨਦੇ ਆ, ਉਹਨਾਂ ਨੇ ਹੀ ਮੈਨੂੰ ਭੇਜਿਆ ਤੁਹਾਡੀ ਹੈਲਪ ਕਰਨ ਵਾਸਤੇ। ਤੁਸੀਂ ਆਪ ਠੀਕ ਹੋ, ਤੁਹਾਡਾ ਬੱਚਾ ਬਿਲਕੁਲ ਠੀਕ ਆ, ਇਹ ਮੇਰੀ ਜ਼ਿੰਮੇਵਾਰੀ ਹੈ। ਤੇ ਚਲੋ ਜੀ ਉਹਨਾਂ ਨੂੰ ਪਾਣੀ ਪਿਲਾ ਕੇ ਥੋੜ੍ਹਾ ਜਿਹਾ ਹੋਸ਼ 'ਚ ਲਿਆਂਦਾ। ਬੱਚਾ ਜਿਹੜਾ ਅਸਲ ਵਿੱਚ ਉਹ ਸ਼ੀਸ਼ੇ ਵਿੱਚ ਫਸਿਆ ਹੋਇਆ ਸੀ ਅੱਗੇ, ਕਿਉਂਕਿ ਉਹ ਗੱਡੀਆਂ ਜਿਹੜੀਆਂ ਅੱਗੇ ਪਿੱਛੇ ਵੱਜੀਆਂ ਉਹ ਪਤਾ ਨਹੀਂ ਕਿੰਨੀ ਕੁ ਪਾਵਰ 'ਚ ਵੱਜੀਆਂ ਕਿ ਬੜੀ ਦੂਰ ਤੱਕ ਮੈਨੂੰ ਪਿੱਛੇ ਆਵਾਜ਼ ਸੁਣਾਈ ਦਿੱਤੀ। ਕਿਉਂਕਿ ਧੁੰਦ ਦਾ ਮੌਸਮ ਸੀਗਾ, ਨਜ਼ਰ ਤਾਂ ਨਹੀਂ ਸੀ ਆ ਰਿਹਾ, ਪਰ ਐਡਾ ਵੱਡਾ ਜਿਸ ਤਰ੍ਹਾਂ ਇੱਕ ਬਿਲਕੁਲ ਬਲਾਸਟ ਵਰਗੀ ਆਵਾਜ਼ ਸੀਗੀ ਕਿ ਕਿੰਨੀ ਕੁ ਤੇਜ਼ ਉਹ ਗੱਡੀਆਂ ਵੱਜੀਆਂ ਹੋਣਗੀਆਂ। ਔਰ ਉਹ ਸ਼ੀਸ਼ਾ ਅਗਲਾ ਬ੍ਰੇਕ ਹੋ ਚੁੱਕਾ ਸੀ, ਬੱਚਾ ਉਹਦੇ ਵਿੱਚ ਫਸਿਆ ਹੋਇਆ ਸੀ। ਉਹਦੇ ਸਿਰ 'ਚੋਂ ਪੂਰੀ ਤਰ੍ਹਾਂ ਬਲੱਡ ਨਿਕਲ ਰਿਹਾ ਸੀਗਾ। ਤੇ ਮੈਨੂੰ ਮਤਲਬ ਉਦੋਂ ਸੁੱਝਿਆ ਨਾ ਕੁਛ ਵੀ ਕੀ ਕਰਨਾ ਚਾਹੀਦਾ। ਤੇ ਮੈਂ ਤੇ ਫਿਰ ਅੱਗੇ ਬੋਨਟ ਤੇ ਚੜ੍ਹ ਕੇ ਤੇ ਮੈਂ ਤੇ ਪਹਿਲਾਂ ਦੂਜੀ ਸਾਈਡ ਤੋਂ ਸ਼ੀਸ਼ੇ ਨੂੰ ਬ੍ਰੇਕ ਕੀਤਾ ਤੇ ਕਿ ਉਹਨੂੰ ਬੱਚੇ ਨੂੰ ਕਿਸੇ ਢੰਗ ਨਾਲ ਬਾਹਰ ਕੱਢਾਂ। ਫਿਰ ਆਪਾਂ ਨੇ ਉਹਨੂੰ, ਚਲੋ ਉਹਦੇ ਸਿਰ 'ਚੋਂ ਬਲੀਡਿੰਗ ਹੋ ਰਹੀ ਸੀ ਤੇ ਮੈਂ ਕੋਸ਼ਿਸ਼ ਕੀਤੀ, ਬੱਚਾ ਕਟਿੰਗ 'ਚ ਸੀ ਤੇ ਮੈਂ ਨੋਰਮਲੀ ਉਹਦੇ ਵਾਲਾਂ 'ਚ ਹੱਥ ਫੇਰ ਕੇ ਦੇਖਿਆ, ਕੁਛ ਕੈਂਕਰਾਂ ਕੱਚ ਦੀਆਂ ਜਿੱਦਾਂ ਨਾ ਉਹਦੇ ਸਿਰ ਵਿੱਚ ਵੱਜੀਆਂ ਹੋਈਆਂ ਸੀ। ਤੇ ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਮਤਲਬ ਉਹ ਨਾ ਹੋਏ ਕਿ ਆਪਾਂ ਕੱਢੀਏ ਤੇ ਕੋਈ ਹੋਰ ਇੰਸੀਡੈਂਟ ਨਾ ਬੱਚੇ ਨਾਲ ਵਾਪਰ ਜੇ। ਚਲੋ ਪਰਮਾਤਮਾ ਨੇ ਸਾਨੂੰ ਇੱਕ ਚੰਗੇ ਕੰਮ ਲਈ ਚੁਣਿਆ ਸੀ। ਚਲੋ ਉਹਦੇ ਮਤਲਬ ਕੈਂਕਰਾਂ ਕੱਢ ਕੇ ਉਹਨੂੰ ਥੋੜ੍ਹਾ ਜਿਹਾ ਦੇਖਿਆ, ਮੈਂ ਸਾਫ਼ ਸੂਫ ਬਲੱਡ ਕਰਾਂ, ਬਲੱਡ ਹਟੇ ਨਾ। ਤੇ ਫਿਰ ਮੈਂ ਕੋਸ਼ਿਸ਼ ਕੀਤੀ ਤੇ ਮੈਂ ਫਿਰ ਆਪਣੀ ਪੱਗ
ਖੋਲ ਕੇ ਮਾਲਕ ਨੂੰ ਅਰਦਾਸ ਕਰਕੇ ਤੇ ਉਸ ਬੱਚੇ ਦਾ ਸਿਰ ਦੇ ਉੱਤੋਂ ਦੀ ਜਸਟ ਲਾਈਕ ਇੱਕ ਪੱਟੀ ਤੁਸੀਂ ਕਹਿ ਲਓ ਜਾਂ ਉਹਨੂੰ ਥੋੜਾ ਜਿਹਾ ਇਸ ਢੰਗ ਨਾਲ ਟਾਈਟਲੀ ਬੰਨ੍ਹ ਦਿੱਤਾ ਕਿ ਉਹਦੀ ਜਿਹੜੀ ਬਲੀਡਿੰਗ ਕਮ ਸੇ ਕਮ ਕੰਟਰੋਲ ਹੋ ਜੇ। ਤੇ ਉਹਨੂੰ ਫਿਰ ਮੈਂ ਪਿਛਲੀ ਸੀਟ ਤੇ ਬਿਠਾਤਾ। ਫਿਰ ਮੈਂ ਸੋਚਿਆ ਕਿ ਬੱਚਾ ਹੋਸ਼ 'ਚ ਰਹਿਣਾ ਚਾਹੀਦਾ, ਜਾਗਦਾ ਰਹਿਣਾ ਚਾਹੀਦਾ। ਉਹਨੂੰ ਫਿਰ ਮੈਂ ਆਪਣਾ ਫੋਨ ਦਿੱਤਾ ਤੇ ਮੈਂ ਕਿਹਾ ਬੇਟਾ ਲੈ ਫੋਨ ਲੈ, ਇਹਦੇ ਵਿੱਚੋਂ ਆਪਣੀ ਕੋਈ ਗੇਮ ਡਾਊਨਲੋਡ ਕਰ ਜਿਸ 'ਚ ਤੇਰੀ ਸਕੋਰਿੰਗ ਸਭ ਤੋਂ ਅੱਛੀ ਹੈ ਤੇ ਮੇਰਾ ਚੈਲੰਜ ਹੈ ਤੈਨੂੰ ਮੈਂ ਤੇਰੇ ਤੋਂ ਵੱਧ ਸਕੋਰਿੰਗ ਕਰ। ਬੱਚੇ ਚੈਲੰਜ ਬੜੀ ਜਲਦੀ ਐਕਸੈਪਟ ਕਰਦੇ ਤੇ ਮੇਰਾ ਮੋਟਿਵ ਸੀ ਕਿ ਉਹਨੂੰ ਹੋਸ਼ ਵਿੱਚ ਰੱਖਿਆ ਜਾਏ। ਉਹ ਭਾਈ ਸਾਹਿਬ ਨੂੰ ਮੈਂ ਕਿਹਾ ਵੀ ਤੁਸੀਂ ਬਿਲਕੁਲ ਠੀਕ ਹੋ, ਤੁਸੀਂ ਹੋਸ਼ 'ਚ ਆਓ, ਬੱਚਾ ਦੇਖੋ ਤੁਹਾਡਾ ਬਿਲਕੁਲ ਗੇਮ ਖੇਡ ਰਿਹਾ, ਬਿਲਕੁਲ ਸਹੀ ਹੈ। ਅਸੀਂ ਫਿਰ ਉੱਥੇ ਕਾਲਾ ਬੱਕਰਾ ਹਸਪੀਟਲ ਜਾਂ ਡਿਸਪੈਂਸਰੀ ਹੈ ਕੋਈ ਮੇਰੇ ਖਿਆਲ, ਉੱਥੇ ਅਸੀਂ ਗਏ ਤੇ ਉਹਨਾਂ ਨੂੰ ਪੁੱਛਿਆ। ਉਹ ਕਹਿੰਦੇ ਜੀ 9 ਵਜੇ ਆਉਣਾ ਜੀ ਸਟਾਫ, 9 ਵਜੇ ਤੋਂ ਬਾਅਦ ਆਉਣੇ ਆ ਸਾਰੇ। ਤੇ ਚਲੋ ਅਸੀਂ ਉਹਨਾਂ ਨਾਲ ਕੋਈ ਗੱਲਾਂ ਨਹੀਂ ਕੀਤਾ ਕਿਉਂਕਿ ਸਾਡੀ ਤਾਂ ਪ੍ਰਾਇੋਰਟੀ ਸੀ ਕਿ ਅਸੀਂ ਆਪਣੇ ਬੱਚੇ ਨੂੰ ਕਿਸੇ ਢੰਗ ਨਾਲ ਦੇਖਣਾ। ਕਿ ਧੁੰਦ ਵੀ ਬਹੁਤ ਸੀਗੀ ਤੇ ਮੈਨੂੰ ਫਿਰ ਫੁੱਲ ਲਾਈਟਾਂ ਜਗਾ ਕੇ 4 ਇੰਡੀਕੇਟਰ ਔਨ ਕਰਕੇ ਗੱਡੀ ਬੜੇ ਹਿਸਾਬ ਨਾਲ ਲਿਆਉਣੀ ਪਈ। ਤੇ ਚਲੋ ਅਸੀਂ ਪਠਾਨਕੋਟ ਬਾਈਪਾਸ ਪਹੁੰਚੇ। ਉਹਨੇ ਚਿਰ ਨੂੰ ਉਹਨਾਂ ਨੇ ਭਾਈ ਸਾਹਿਬ ਨੇ ਹੋਸ਼ 'ਚ ਆ ਕੇ ਆਪਣਾ ਕਾਲ ਵਗੈਰਾ ਕਰ ਲਈ ਸੀ। ਉਹਨਾਂ ਦੀਆਂ ਗੱਡੀਆਂ ਉੱਥੇ ਪਹੁੰਚ ਗਈਆਂ, ਇੱਕ ਐਂਬੂਲੈਂਸ ਸੀਗੀ। ਤੇ ਚਲੋ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਬਿਠਾ ਕੇ ਬੱਚੇ ਨੂੰ ਲੈ ਗਏ। ਮੇਰੇ ਕੋਲੋਂ ਕੰਟੈਕਟ ਲੈ ਗਏ ਸੀ ਮੇਰਾ। ਮੈਨੂੰ ਫਿਰ ਉਹਨਾਂ 6 ਘੰਟੇ ਬਾਅਦ ਕਾਲ ਆਈ ਤੇ ਉਹ ਕਹਿੰਦੇ ਜੀ ਬੇਟਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਤੇ ਮੈਨੂੰ ਉਹ ਬੱਚੇ ਦੀ ਆਵਾਜ਼, ਮੈਂ ਮਤਲਬ ਭਾਵੁਕ ਹੋ ਜਾਂਦਾ ਸੁਣ ਕੇ ਕਿ ਅੱਜ ਵੀ ਉਹ ਆਵਾਜ਼ ਮੇਰੇ ਕੰਨਾਂ 'ਚ ਆ, ਥੈਂਕਸ ਅੰਕਲ। ਤੇ ਉਸ ਬੱਚੇ ਦਾ ਜਿਹੜਾ ਸਰ ਉਹ ਥੈਂਕਸ ਆ ਨਾ, ਮਤਲਬ ਉਹਨੇ ਮੈਨੂੰ ਇਸ ਤਰ੍ਹਾਂ ਅਹਿਸਾਸ ਕਰਵਾਇਆ ਕਿ ਯਾਰ ਅਸੀਂ ਚਾਹੀਏ, ਅਸੀਂ ਕਹਿੰਦੇ ਹਾਂ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਉਹਦੇ ਹੱਥ ਵਸ ਹੋਵੇ, ਪਰ ਪਰਮਾਤਮਾ ਨੇ ਸਾਨੂੰ ਐਫਰਟਸ ਕਰਨ ਲਈ ਇਨਸਾਨ ਬਣਾਇਆ। ਅਸੀਂ ਕੋਸ਼ਿਸ਼ ਤੇ ਕਰੀਏ। ਤੇ ਮੈਨੂੰ ਬੜਾ ਉਸ ਦਿਨ ਪਰਮਾਤਮਾ ਦਾ ਮੈਂ ਧੰਨਵਾਦ ਵੀ ਕੀਤਾ ਕਿ ਮਤਲਬ 2 ਲਾਈਫਸ ਹੋ ਸਕਦਾ। ਉਹ ਬੱਚੇ ਨੂੰ ਕੁਛ ਹੁੰਦਾ ਤੇ ਉਹਦੇ ਫਾਦਰ ਨੂੰ ਵੈਸੇ ਅਟੈਕ ਹੋ ਜਾਂਦਾ, ਕੁਛ ਗੱਲ ਹੋ ਜਾਂਦੀ। ਚਲੋ ਤੇ ਬਹੁਤ ਮੈਨੂੰ ਉਸ ਦਿਨ ਵਧੀਆ ਲੱਗਿਆ ਕਿ ਯਾਰ ਪਰਮਾਤਮਾ ਨੇ ਸ਼ਾਇਦ ਸਾਨੂੰ ਕਿਸੇ ਅਲੱਗ ਕੰਮ ਲਈ ਚੁਣਿਆ। ਉਸ ਤੋਂ ਬਾਅਦ ਫਿਰ ਮੇਰਾ ਧਿਆਨ ਹੋ ਗਿਆ ਜੀ ਕਿ ਰੋਡ ਐਕਸੀਡੈਂਟਸ ਵੱਲ। ਕਿਉਂਕਿ ਮੈਂ ਜੋ ਚੀਜ਼ ਮਹਿਸੂਸ ਕੀਤੀ ਕਿ ਅਸੀਂ ਜੇ ਕਿਤੇ ਜਾ ਰਹੇ ਹਾਂ, ਅਸੀਂ ਕਿਤੇ ਟਰਨ ਕਰਨਾ, ਅਸੀਂ ਮੁੜਨ ਲੱਗਿਆ ਇੰਡੀਕੇਟਰ ਦਿੰਦੇ, ਪਿਛਲਾ ਚਾਹੇ ਕੰਧ 'ਚ ਵੱਜੇ ਜਾਂ ਪਿੱਛੇ ਗੱਡੀ 'ਚ ਵਿੱਚ ਵੱਜੇ। ਰੋਡ ਸੈਂਸ ਸਾਡੀ ਜ਼ੀਰੋ ਆ। ਸਾਨੂੰ ਰੋਡ ਸੈਂਸ ਹੋਣੀ ਬਹੁਤ ਜ਼ਰੂਰੀ ਆ ਕਿ ਅਗਰ ਅਸੀਂ ਹੌਲੀ ਚੱਲਣਾ ਅਸੀਂ ਲੈਫਟ ਲੇਨ 'ਤੇ ਚੱਲੀਏ, ਜੇ ਤੇਜ਼ ਚੱਲਣਾ ਅਸੀਂ ਰਾਈਟ ਲੇਨ 'ਤੇ ਚੱਲੀਏ। ਠੀਕ ਹੈ ਜੀ। ਫਿਰ ਵੀ ਜੇ ਕੋਈ ਪਿੱਛੋਂ ਹਾਰਨ ਤੇਜ਼ ਦੇ ਰਿਹਾ ਤੇ ਉਹਨੂੰ ਅਸੀਂ ਰਸਤਾ ਦਈਏ। ਉਹਦੀ ਕੋਈ ਐਮਰਜੈਂਸੀ ਹੋ ਸਕਦੀ ਆ, ਉਹਦਾ ਕੋਈ ਅੱਗੇ ਪੇਸ਼ੈਂਟ ਹਸਪੀਟਲ 'ਚ ਹੋ ਸਕਦਾ, ਕੋਈ ਮਤਲਬ ਉਹਦੇ ਲਈ ਕੋਈ ਐਡੀ ਐਮਰਜੈਂਸੀ ਹੋ ਸਕਦੀ ਹੈ ਜਿਹੜਾ ਕੋਈ ਇੰਨਾ ਤੇਜ਼ ਭਜਾ ਰਿਹਾ, ਤਾਂ ਉਹਨੂੰ ਰਸਤਾ ਦੇਣਾ ਸਾਡਾ ਇੱਕ ਫਰਜ਼ ਆ। ਪਰ ਅਸੀਂ ਵੀ ਕਈ ਵਾਰ ਕੀ ਕਰਦੇ ਹਾਂ, ਮੋਸਟ ਆਫ ਦੀ ਵਹੀਕਲ ਜਿਹੜੇ ਆ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਆ ਕਿ ਰਾਈਟ ਸਾਈਡ ਤੇ ਹੀ ਚੱਲ ਰਹੇ ਹੋਣਗੇ ਸਲੋ ਸਪੀਡ 'ਚ, ਤੇ ਜਿਹੜੇ ਫਾਸਟ ਵਾਲੇ ਹੋਣਗੇ ਉਹ ਉੱਪਰ ਦੀ ਹੋ ਕੇ ਲੈਫਟ ਸਾਈਡ ਥਾਣੀ ਕ੍ਰੋਸ ਕਰਕੇ ਉਹਨਾਂ ਨਿਕਲਦੇ ਆ। ਤੇ ਅਸੀਂ ਜਦੋਂ ਫੋਰਨ ਜਾਂਦੇ ਆ, ਅਮਰੀਕਾ ਕੈਨੇਡਾ ਜਾਂਦੇ ਆ, ਅਸੀਂ ਫਿਰ ਇੱਥੇ ਆ ਕੇ ਬੜੀਆਂ ਸਾਰਿਆਂ ਨੂੰ ਮੱਤਾਂ ਦਿੰਦੇ ਆ ਕਿ ਉੱਥੇ ਜੀ ਬੜੇ ਰੋਡ ਸੈਂਸ ਵਧੀਆ, ਬੜੇ ਰੂਲਸ ਵਧੀਆ ਹੈਗੇ। ਰੂਲਸ ਵਧੀਆ ਨਹੀਂ ਹੈਗੇ, ਉੱਥੇ ਲੋਕ ਰੂਲਸ ਨੂੰ ਫੋਲੋ ਕਰਦੇ ਆ। ਉਹ ਲੋਕ ਅਡਾਪਟ ਕਰਕੇ ਚੱਲਦੇ ਆ ਕਿ ਹਾਂ ਵੀ ਆਹ ਸਾਡੇ ਦੇਸ਼ ਦੇ ਰੂਲ ਆ, ਨਿਯਮ ਆ, ਇਹ ਟ੍ਰੈਫਿਕ ਦੇ ਆ ਨਿਯਮ ਹੈਗੇ, ਅਸੀਂ ਇਹਨਾਂ ਨੂੰ ਮੰਨਣਾ। ਅਸੀਂ ਸਿਰਫ ਸਾਨੂੰ ਜਾਣਕਾਰੀ ਕੋਈ ਨਹੀਂ ਹੁੰਦੀ। ਸਾਡੇ ਕੋਲ ਸਿਰਫ ਗੱਡੀ ਹੁੰਦੀ ਹੈ ਜਿਹੜੀ ਅਸੀਂ 8-10 ਲੱਖ 20 ਲੱਖ ਰਹਿ ਕੇ ਖਰਚੀ ਹੁੰਦੀ ਆ, ਉਹ ਲਿਆਂਦੀ ਹੁੰਦੀ, ਸਾਡੇ ਕੋਲ ਗੱਡੀ ਹੁੰਦੀ ਸਿਰਫ। ਰੋਡ ਸੈਂਸ ਘੱਟ ਹੋਣਾ ਇਹ ਇੱਕ ਬੜਾ ਵੱਡਾ ਕਾਰਨ ਆ ਰੋਡ ਐਕਸੀਡੈਂਟਸ ਹੋਣ ਦਾ। ਠੀਕ ਹੈ ਜੀ। ਜਿਸ ਤਰ੍ਹਾਂ ਆਪਾਂ ਮੁੜਨ ਦੀ ਗੱਲ ਕੀਤੀ ਕਿ ਮੁੜਨਾ ਤੇ ਥੋੜ੍ਹੀ ਦੇਰ ਪਿੱਛੋਂ ਇੰਡੀਕੇਟਰ ਦੇ ਦਿਓ। ਠੀਕ ਹੈ ਜੀ। ਜੇ ਕੋਈ ਬਹੁਤ ਤੇਜ਼ੀ ਨਾਲ ਤੁਹਾਨੂੰ ਪਿੱਛੋਂ ਹਾਰਨ ਕਰ ਰਿਹਾ, ਰਸਤਾ ਮੰਗ ਰਿਹਾ, ਜ਼ਰੂਰ ਉਹਨੂੰ ਰਸਤਾ ਦੇਣਾ ਚਾਹੀਦਾ ਕਿ ਉਹਦੀ ਕੋਈ ਐਮਰਜੈਂਸੀ ਹੋ ਸਕਦੀ ਹੈ। ਖਾਸ ਤੌਰ 'ਤੇ ਜਿਸ ਤਰ੍ਹਾਂ ਹੁਣ ਸਰਕਾਰ ਨੇ ਐਂਬੂਲੈਂਸ ਵਾਸਤੇ ਤੇ ਖਾਸ ਤੌਰ 'ਤੇ ਹੁਣ ਸਖਤੀ ਨਾਲ ਕਹਿ ਤਾ ਕਿ ਅਗਰ ਕੋਈ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਦਿੰਦਾ ਤਾਂ ਉਹਨੂੰ ਫਾਈਨ ਪਊਗਾ। ਪਰ ਇਹ ਚੀਜ਼ਾਂ ਸਾਨੂੰ ਵੈਸੇ ਹੀ ਅਡਾਪਟ ਕਰਨੀਆਂ ਚਾਹੀਦੀਆਂ ਕਿ ਸਾਡਾ ਵੀ ਕੋਈ ਬੰਦਾ ਐਂਬੂਲੈਂਸ 'ਚ ਹੋ ਸਕਦਾ ਕਿਸੇ ਵੇਲੇ, ਅਸੀਂ ਵੀ ਉਹਨੂੰ ਕਿਤੇ ਹਸਪੀਟਲ ਲਿਜਾ ਰਹੇ ਹੋਈਏ ਤੇ ਸਾਨੂੰ ਕੋਈ ਰਸਤਾ ਨਾ ਅੱਗਿਓਂ ਦੇ, ਕਿੱਦਾਂ ਦੀ ਫੀਲਿੰਗ ਹੋਊਗੀ ਜੀ। ਸਾਡਾ ਬੱਚਾ ਗੁੜ ਬੜਾ ਖਾਂਦਾ, ਉਹ ਕਹਿੰਦੇ ਜੀ ਅਗਲੇ ਹਫਤੇ ਆਇਓ। ਅਗਲੇ ਹਫਤੇ ਉਹ ਫੇਰ ਲੈ ਗਏ, ਫੇਰ ਕਹਿੰਦੇ ਜੀ ਤੁਸੀਂ 20 ਦਿਨ ਬਾਅਦ ਆਇਓ। ਫੇਰ ਗਏ ਜੀ 20 ਦਿਨ ਬਾਅਦ, ਫੇਰ ਕਹਿੰਦੇ ਤੁਸੀਂ 2 ਮਹੀਨੇ ਬਾਅਦ ਲੈ ਆਇਓ। ਉਹ ਫੇਰ ਗਏ 2 ਮਹੀਨੇ ਬਾਅਦ, ਤੇ ਬਾਬਾ ਜੀ ਉਹ ਬੱਚੇ ਨੂੰ ਕਹਿੰਦੇ ਵੀ ਕਾਕਾ ਗੁੜ ਨਾ ਖਾਇਆ ਕਰ। ਉਹ ਆਂਦੇ ਬਾਬਾ ਜੀ ਤੁਸੀਂ ਹਾਂ ਹੀ ਗੱਲ ਕਹਿਣੀ ਸੀ ਤੇ ਇੰਨੇ ਸਾਡੇ ਗੇੜੇ ਜੀ ਮਰਾਏ ਤੇ ਤੁਸੀਂ ਉਦੋਂ ਕਹਿ ਦਿੰਦੇ। ਉਹ ਕਹਿੰਦੇ ਨਹੀਂ, ਜਦੋਂ ਤੁਸੀਂ ਪਹਿਲੀ ਵਾਰ ਆਏ ਸੀ ਨਾ, ਇਹਦੇ ਤੋਂ ਵੱਧ ਗੁੜ ਮੈਂ ਆਪ ਖਾਂਦਾ ਸੀ। ਪਹਿਲਾਂ ਮੈਂ ਆਪਣਾ ਗੁੜ ਖਾਣਾ ਛੱਡਿਆ ਤੇ ਫੇਰ ਇਹਨੂੰ ਕਿਹਾ ਹੁਣ ਇਹ ਆਖੇ ਲੱਗ ਜਾ। ਸੋ ਜਿਹੜੀ ਚੀਜ਼ ਅਸੀਂ ਆਪਣੀ ਜ਼ਿੰਦਗੀ 'ਤੇ ਲਾਗੂ ਨਹੀਂ ਕੀਤੀ, ਜੇ ਮੈਂ ਹੁਣ ਖੁਦ ਨਸ਼ਾ ਨਹੀਂ ਕਰਦਾ ਤੇ ਮੈਂ ਕਿਸੇ ਨੂੰ ਕਹੂੰਗਾ ਭਾਈ ਨਸ਼ਾ ਨਾ ਕਰ, ਤੇ ਉਹਦੇ 'ਤੇ ਜ਼ਰੂਰ ਅਸਰ ਹੋਊਗਾ। ਸੱਚ ਦੇ ਵਿੱਚ ਬਹੁਤ ਸ਼ਕਤੀ ਆ ਸਰ। ਸੱਚ ਪਰਮੇਸ਼ਵਰ ਆ। ਸੱਚ ਮਤਲਬ ਸਤਿਅਮੇਵ ਜਯਤੇ। ਸੱਚ ਬੋਲੋਗੇ, ਸਿਰਫ ਇੱਕ ਵਾਰ ਬੋਲਣਾ ਪੈਂਦਾ। ਸੱਚੀ ਗੱਲ ਇੱਕ ਵਾਰ ਬੋਲੋ, ਉਹ ਕਿਸੇ ਨੂੰ ਅੱਜ ਨਹੀਂ ਪਸੰਦ ਆਊਗੀ, 10 ਦਿਨ ਬਾਅਦ, ਮਹੀਨੇ ਬਾਅਦ, 6 ਮਹੀਨੇ ਬਾਅਦ ਉਹਨੂੰ ਪਤਾ ਲੱਗੂ ਹਾਂ ਯਾਰ ਬੰਦੇ ਨੇ ਗੱਲ ਸਹੀ ਕਹੀ। ਉਹ ਗੱਲ ਬੰਦਾ ਤੇ ਇਨਸਾਨ ਚੰਗਾ, ਉਹ ਜੋ ਕਹੀ ਗੱਲ ਉੱਤੇ ਰਹਿਣਾ ਚਾਹੀਦਾ। ਅਸੀਂ
ਵੇਖੋ ਅਗਰ ਤੁਹਾਡੇ ਕੋਲ ਕਿਸੇ ਚੀਜ਼ ਲਈ ਨਹੀਂ, ਮੈਂ ਤੁਹਾਨੂੰ ਦੱਸਿਆ ਕਿ ਮੇਰੀ ਜੇਬ 'ਚ ਇੱਕ ਦਿਨ 500 ਰੁਪਈਆ ਸੀ ਸਿਰਫ, ਤੇ ਜਿਹਨੂੰ ਮਦਦ ਦੀ ਲੋੜ ਸੀ ਉਹਨੂੰ ਵੀ 500 ਰੁਪਈਆ ਹੀ ਚਾਹੀਦਾ ਸੀ। ਤੇ ਮੈਂ ਮਤਲਬ ਘਰ ਵੀ ਆਉਣਾ ਸੀ, ਮੰਨ ਲਓ ਮੈਂ ਘਰ ਆਉਣਾ, ਮੈਂ ਘਰ ਲਈ ਮੈਨੂੰ ਫੋਨ ਆ ਜਾਏ ਜੀ ਆਹ ਚੀਜ਼ ਲੈ ਆਓ ਹੁੰਦੇ, ਮੇਰੀ ਪਾਕਟ 'ਚ ਹੀ 500 ਰੁਪਇਆ ਸੀ। ਤੇ ਮੈਂ ਮਤਲਬ ਮੈਂ ਇਹ ਚੀਜ਼ ਨਹੀਂ ਸੋਚੀ ਉਦੋਂ ਕਿ ਨਹੀਂ ਯਾਰ ਇਹਨੂੰ ਨਾ ਦੇਵਾਂ, ਮੈਨੂੰ ਨਾ ਲੋੜ ਪੈ ਜੇ। ਉਹ ਮੈਂ ਕਿਹਾ ਭਾਈ ਸਾਨੂੰ ਲੋੜ ਪਊ ਤੇ ਆਪੇ ਉਹ ਆ ਜਾਊਗਾ, ਠੀਕ ਹੈ ਜੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਆ ਰੱਖ ਤੇ ਆਪਣਾ ਮਸਲਾ ਹੱਲ ਕਰ। ਉਹ ਕਹਿੰਦਾ ਜੀ ਤੁਹਾਡੇ ਕੋਲ, ਮੈਂ ਮੇਰੇ ਕੋਲ ਵਾਧੂ ਆ। ਮੈਂ ਉਹਨੂੰ ਇਹੀ ਗੱਲ, ਮੈਨੂੰ ਅੱਜ ਬਹੁਤ ਸਾਲ ਹੋ ਗਏ ਇਸ ਗੱਲ ਨੂੰ, ਕਿ ਮੇਰੇ ਕੋਲ ਵਾਧੂ ਆ। ਸੱਚੀ ਪਰਮਾਤਮਾ ਪਰਮੇਸ਼ਵਰ ਤੁਹਾਨੂੰ ਵਾਧੂ ਦਿੰਦਾ, ਕੋਈ ਕਮੀ ਨਹੀਂ। ਬਾਈ ਜੀ ਇੱਕ ਸਵਾਲ ਹੋਰ ਵੀ ਹੈ ਕਿ ਜ਼ਿੰਦਗੀ ਨੂੰ ਕੀ ਸਮਝਿਆ ਫਿਰ, ਮਤਲਬ ਕਿ ਜਦੋਂ ਅਲੱਗ-ਅਲੱਗ ਪੜਾਅ ਦੇਖੇ ਤੁਸੀਂ ਹਨਾ, ਵੀ ਸੇਵਾ ਵੀ ਕੀਤੀ ਤੇ ਦੁੱਖ ਦੇ ਵਿੱਚ ਵੀ ਲੋਕਾਂ ਦੇ ਖੜੇ ਹੋਏ, ਜ਼ਿੰਦਗੀ ਨੂੰ ਕਿਵੇਂ ਸਮਝਦੇ? ਜ਼ਿੰਦਗੀ ਸਰ ਬਹੁਤ ਵਧੀਆ, ਸਾਨੂੰ ਪਰਮਾਤਮਾ ਨੇ ਇਨਸਾਨ ਹੀ ਬਣਾਤਾ, ਫਿਰ ਉਹਨੇ ਪਿੱਛੇ ਕੋਈ ਕਮੀ ਨਹੀਂ ਛੱਡੀ। ਬਸ ਅਸੀਂ ਉਹਨੂੰ ਸਮਝ ਕਿੰਨਾ ਪਾਏ, ਠੀਕ ਹੈ ਜੀ। ਅਸੀਂ ਅੱਜ ਦੇਖੋ ਪਰਮਾਤਮਾ ਦੀ ਮਿਹਰ ਨਾਲ ਮੇਰੇ ਕੋਲੋਂ ਰੋਡ ਐਕਸੀਡੈਂਟਸ ਵਿੱਚ ਆਪਾਂ ਮਦਦ ਕਰ ਰਹੇ ਹਾਂ, ਗਰੀਬ ਬੱਚੀਆਂ ਦੇ ਵਿਆਹ ਕਰਾ ਰਹੇ ਹਾਂ, ਕੁਛ ਇੱਕ ਦੋ ਬੱਚਿਆਂ ਦੀ ਆਪਾਂ ਫੀਸ ਵੀ, ਮਤਲਬ ਬੱਚੇ ਇੱਕ ਦੋ ਕਾਲਜ ਮਤਲਬ ਪੜ੍ਹ ਰਹੇ ਆ, ਉਹਨਾਂ ਦੀ ਫੀਸ ਵਾਸਤੇ ਵੀ ਅਸੀਂ ਬੰਦੋਬਸਤ ਕੀਤਾ ਹੋਇਆ ਵਾ। ਔਰ ਉਹ ਕੋਈ ਚੀਜ਼ਾਂ ਅਸੀਂ ਸਰ ਅਰੇਂਜ ਕਰਕੇ ਨਹੀਂ ਬੈਠੇ ਹੋਏ ਕਿ ਮਤਲਬ ਵੀ ਸਾਡੇ ਕੋਲ ਪਏ ਆ ਜੀ, ਅਸੀਂ ਉਹਨਾਂ ਨੂੰ ਅਗਲੇ ਮਹੀਨੇ ਫੀਸ ਫੇਰ ਦੇਣੀ, ਇੱਦਾਂ ਹੀ ਮਤਲਬ ਮੰਗਤੇ ਬਣ ਕੇ ਚੱਲਦੇ ਰਹੀਦਾ ਜੀ। ਤੇ ਮੈਂ ਤਾਂ ਇੱਕੋ ਗੱਲ ਸੁਣੀ ਆ ਕਿ ਮੰਗਣ ਲੱਗਿਆ ਸ਼ਰਮ ਕਾਹਦੀ। ਜਦੋਂ ਕਿਸੇ ਦੀ ਬਿਹਤਰੀ ਵਾਸਤੇ ਤੁਸੀਂ ਮੰਗਣਾ, ਉਹ ਪਰਮੇਸ਼ਵਰ ਨੇ ਆਪ ਆ ਕੇ ਉੱਥੇ ਖੜੇ ਹੋ ਜਾਣਾ। ਸੋ ਰੋਡ ਐਕਸੀਡੈਂਟਸ, ਮੈਂ ਤਾਂ ਕਹਿੰਦਾ ਵੀ ਲੋਕਾਂ ਨੂੰ ਇੱਕ ਬੇਨਤੀ ਹੈ ਮੇਰੀ ਕਿ ਅਸੀਂ ਆਪਣੀ ਪੇਸ਼ੈਂਸ ਵਧਾਈਏ। ਸਾਨੂੰ ਪਰਮਾਤਮਾ ਨੇ ਸੁੱਖ ਸਾਧਨ ਦਿੱਤੇ ਆ, ਅਸੀਂ ਪੇਸ਼ੈਂਸ ਨਾਲ ਚੱਲੀਏ। ਜੇ ਕੋਈ ਰਸਤਾ ਮੰਗਦਾ ਉਹਨੂੰ ਰਸਤਾ ਦਈਏ, ਤੇ ਆਪਣੀ ਜਿਹੜੀ ਰੋਡ ਦੇ ਉੱਤੇ ਸਪੀਡ ਲਿਮਿਟ ਆ ਉਹਨੂੰ ਇੱਕ ਕੰਟਰੋਲਡ ਲਿਮਿਟ 'ਚ ਚੱਲੀਏ, ਕਿ ਐਮਰਜੈਂਸੀ ਸਾਨੂੰ ਬ੍ਰੇਕ ਲਗਾਉਣੀ ਪਏ ਤੇ ਅਸੀਂ ਲਗਾ ਸਕੀਏ। ਅਸੀਂ ਚਲਾਉਂਦੇ ਹਾਂ, ਸਾਡੀਆਂ ਗੱਡੀਆਂ ਚੱਲਦੀਆਂ ਜੀ 100 ਤੋਂ ਉੱਪਰ, ਜਿੱਦਾਂ ਮਤਲਬ ਪਤਾ ਨਹੀਂ ਜ਼ਮੀਨ ਤੇ ਚੱਲਣਾ ਹੀ ਨਹੀਂ ਹੁੰਦਾ। ਰੋਡ ਐਕਸੀਡੈਂਟ ਤੋਂ ਮੈਨੂੰ ਇਹ ਗੱਲ ਵੀ ਯਾਦ ਆਈ ਕਿ ਇੱਕ ਮੇਰੇ ਨੋਨ ਦੇ ਵਿੱਚ ਸੀਗੇ, ਉਹ ਕਿਤੇ ਜਾ ਰਹੇ ਸੀਗੇ ਤੇ ਮੈਂ ਕਿਹਾ ਤੁਸੀਂ ਤਾਂ ਪਰਫੈਕਟ ਹੋ ਤੇ ਤੁਸੀਂ ਤਾਂ ਚਲੋ ਈਜ਼ੀਲੀ ਜਾਓਗੇ, ਤੁਹਾਨੂੰ ਕੀ ਕਹੀਏ ਵੀ ਆਰਾਮ ਨਾਲ ਜਾਓ। ਕਹਿੰਦੇ ਮੈਂ ਪਰਫੈਕਟ ਆ, ਲੇਕਿਨ ਜਿਹੜਾ ਬੰਦਾ ਮੇਰੇ ਪਿੱਛੇ ਆਊਗਾ ਹੈ, ਕੀ ਪਤਾ ਉਹਨੇ ਅੱਜ ਪਹਿਲੇ ਦਿਨ ਹੀ ਗੱਡੀ ਚੱਕੀ ਹੋਵੇ। ਬਿਲਕੁਲ ਮੈਂ ਨਾ ਸਰ ਤੁਹਾਨੂੰ ਕੀ ਦੱਸਾਂ ਹੁਣ ਗੱਲ, ਮੈਂ ਨਾ ਕੀ ਕਰਨਾ ਕਿ ਮੈਂ ਜਿੱਦਾਂ ਹੁਣ ਕੋਈ ਅੱਜ ਕੱਪੜੇ ਪਾਏ ਆ ਨਾ, ਉਹ ਮੈਂ ਕੱਲ ਦਾ ਦਿਨ ਛੱਡਣਾ, ਪਰਸੋਂ ਫੇਰ ਉਹੀ ਪਾ ਕੇ ਚੱਲ ਜਾਣਾ। ਤੇ ਮੈਨੂੰ ਮੇਰਾ ਇੱਕ ਦੋਸਤ ਕਹਿੰਦਾ ਯਾਰ ਤੂੰ ਉਹੀ ਕੱਪੜੇ ਪਾਏ ਹੁੰਦੇ, ਦੂਜੇ ਚੌਥੇ ਦਿਨ ਉਹੀ ਪਾਏ ਹੁੰਦੇ ਆ। ਉਹ ਮੈਂ ਕਿਹਾ ਗੱਲ ਸੁਣ, ਮੈਂ ਕਿਹਾ ਉਹਨੇ ਸਾਨੂੰ ਕੱਪੜੇ ਤਾਂ ਦਿੱਤੇ ਆ ਨਾ ਪਾਉਣ ਲਈ। ਮੈਂ ਕਿਹਾ ਉਹ ਜਿਹੜੇ ਲੋਕ ਸੜਕਾਂ ਤੇ ਬੈਠੇ ਆ, ਦੇਖ ਉਹਨੂੰ ਪੁੱਛ ਕੇ ਦੇਖੀ ਉਹਨੂੰ ਕਿੰਨੇ ਸਾਲ ਹੋ ਗਏ ਉਹੀ ਕੱਪੜੇ ਪਾਏ ਨੇ। ਮੈਂ ਕਿਹਾ ਜਿਹੜਾ ਸਵਾਲ ਤੂੰ ਮੈਨੂੰ ਪੁੱਛ ਰਿਹਾ, ਤੂੰ ਉਹਨੂੰ ਕਿਉਂ ਨਹੀਂ ਪੁੱਛਿਆ ਜਾ ਕੇ? ਉਸ ਇਨਸਾਨ ਨੂੰ ਜਾ ਕੇ ਪੁੱਛ ਵੀ ਭਾਈ ਤੁਹਾਨੂੰ ਕੱਪੜੇ ਲਿਆ ਦਈਏ ਹੋਰ। ਉਸ ਇਨਸਾਨ ਨੂੰ ਪੁੱਛ ਕੇ ਦੇਖੋ। ਮੈਂ ਮਤਲਬ ਲੋਹੜੀ ਦਾ ਤਿਉਹਾਰ ਸੀਗਾ ਤੇ ਲੋਕ ਮੂੰਗਫਲੀ ਰਿਓੜੀਆਂ, ਮਤਲਬ ਚਲੋ ਦਿਨ ਤਿਉਹਾਰ ਹੁੰਦਾ, ਹਰ ਇੱਕ ਨੇ ਆਪਣੇ ਪਰਿਵਾਰ 'ਚ ਖੁਸ਼ੀ ਮਨਾਉਣੀ ਹੁੰਦੀ। ਤੇ ਮੈਂ ਜਾ ਕੇ ਸੜਕਾਂ 'ਤੇ ਮੈਂ ਲੱਭਣ ਲੱਗ ਪੈਂਦਾ ਵੀ ਹਾਂ ਵੀ ਕਿਸੇ ਨੂੰ ਚੱਪਲ ਦੀ ਲੋੜ ਤਾਂ ਨਹੀਂ, ਕਿਉਂਕਿ ਸਰਦੀ ਦਾ ਮੌਸਮ ਹੁੰਦਾ। ਕੋਸ਼ਿਸ਼ ਹੁੰਦੀ ਹੈ ਕਿ ਚਲੋ ਵੀ ਜੇ ਅਸੀਂ ਵੇਖੋ ਆਪਣਾ ਠੰਡ ਤੋਂ ਬਚਾਅ ਰੱਖਦੇ ਹਾਂ ਤੇ ਪਰਮਾਤਮਾ ਸ਼ਾਇਦ ਉਹਨਾਂ ਲੋਕਾਂ ਦੀ ਜ਼ਿਆਦਾ ਰੱਖਿਆ ਕਰਦਾ, ਉਹ ਵਿਚਾਰੇ ਬਨੈਣਾ ਦੇ ਵਿੱਚ ਹੀ ਸਰਦੀਆਂ ਦੇ ਮੌਸਮ 'ਚ ਹੁੰਦੇ ਆ। ਤੇ ਅਸੀਂ ਚਲੋ ਜ਼ਿਆਦਾ ਨਹੀਂ ਕਰ ਸਕਦੇ, ਚਲੋ ਇੱਕ ਅੱਧਾ ਸੂਟ ਹੀ ਉਹਨੂੰ ਬੱਚੇ ਨੂੰ ਲਿਆ ਦਈਏ। ਤੇ ਮੇਰੀ ਤਾਂ ਕੋਸ਼ਿਸ਼ ਹੈ, ਮੈਂ ਤੇ ਉਹਨਾਂ ਲੋਕਾਂ ਦੇ, ਉਹਨਾਂ ਬੱਚਿਆਂ ਦੇ, ਗਰਮੀਆਂ ਦੇ ਵਿੱਚ ਹੀ ਹੋਣਾ ਚਾਹੀਦਾ, ਗਰਮੀ ਦਾ ਮੌਸਮ ਹੈ, ਕੋਈ ਚੱਲ ਰਿਹਾ ਕੋਈ ਗਰੀਬ ਆ, ਮੈਂ ਉਹਦੇ ਪੈਰਾਂ ਵੱਲ ਦੇਖਦਾ ਹੁੰਦਾ ਪਹਿਲੇ ਨੂੰ, ਇਹਦੇ ਪੈਰ 'ਚ ਚੱਪਲ ਪਈ ਹੈ, ਠੀਕ ਹੈ, ਨਹੀਂ ਪਈ ਆਪਣੀ ਕੋਸ਼ਿਸ਼ ਜ਼ਰੂਰ ਕਰਨੀ ਆ ਕਿ ਜੇ ਕਿਤੋਂ ਨੀਅਰੈਸਟ ਅਵੇਲੇਬਿਲਿਟੀ ਹੋ ਜਾਏ ਕਿ ਉਹਨੂੰ ਕੋਈ ਚੱਪਲ ਵਗੈਰਾ ਕੁਛ ਨਾ ਕੁਛ ਆਪਾਂ ਅਰੇਂਜਮੈਂਟ ਜੋ ਗੁੰਜਾਇਸ਼ ਸਾਡੇ ਕੋਲ ਹੈ, ਮਤਲਬ ਜ਼ਰੂਰ ਉਹਦੀ ਮਦਦ ਕਰੀਏ। ਸੋ ਕੋਈ ਵੀ ਚੀਜ਼ ਅਸੀਂ ਜਦੋਂ ਕਰਨਾ ਚਾਹੀਏ ਨਾ ਜੀ, ਉਹ ਪਰਮਾਤਮਾ ਸਾਡੇ ਲਈ ਸਾਰੇ ਸਾਧਨ ਬਣਾ ਦਿੰਦਾ। ਬਾਈ ਜੀ ਇੱਕ ਸਵਾਲ ਇਹ ਵੀ ਹੈ ਕਿ ਕਿਸੇ ਨੂੰ ਮੋਟੀਵੇਟ ਕਰਨਾ ਹੈ ਜਾਂ ਕਿਸੇ ਨੂੰ ਪੋਜ਼ਿਟਿਵ ਰੱਖਣਾ ਹੈ, ਸਭ ਤੋਂ ਪਹਿਲਾਂ ਆਪ ਹੋਣਾ ਪੈਂਦਾ ਹੈ। ਤੇ ਤੁਸੀਂ ਕਿੱਦਾਂ ਮੋਟੀਵੇਟ ਰਹਿੰਦੇ, ਕਿੱਦਾਂ ਪੋਜ਼ਿਟਿਵ ਰਹਿੰਦੇ? ਮੈਂ ਸਰ ਦੇਖੋ ਕੁਛ ਕਹਿ ਲਓ, ਸਾਡੇ ਵੱਡਿਆਂ ਦੇ ਸੰਸਕਾਰ, ਸਾਡਾ ਜ਼ਿਲ੍ਹਾ ਗੁਰਦਾਸਪੁਰ ਆ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਲਾਕਾ ਉਹਨੂੰ ਗਿਣਿਆ ਜਾਂਦਾ। ਤੇ ਸਾਡੇ ਤੇ ਪਿੰਡਾਂ ਦੇ ਵਿੱਚ ਤੇ ਵੈਸੇ ਹੀ ਇਹ ਚੀਜ਼ ਬੜੀ ਮਸ਼ਹੂਰ ਆ ਕਿ ਕੋਈ ਉਹ ਘਰ ਦਾ ਪਤਾ ਪੁੱਛਣ ਆ ਜੇ, ਉਹ ਹਾਂਜੀ ਉਹ ਫਲਾਣੇ ਦਾ ਘਰ ਕਿੱਥੇ ਜੀ, ਉਹ ਹੈਗਾ ਤੇ ਉੱਧਰ ਹੀ ਆ ਜੀ, ਆਓ 2 ਮਿੰਟ ਆ ਜਾਓ, ਚਾਹ ਚੁ ਪੀ ਕੇ ਫੇਰ ਚੱਲ ਜਾਓ। ਪਰ ਸ਼ਹਿਰਾਂ ਦੇ ਵਿੱਚ ਮੈਂ ਇਹ ਚੀਜ਼ ਨਹੀਂ ਦੇਖੀ। ਸ਼ਹਿਰਾਂ ਦੇ ਵਿੱਚ ਮਤਲਬ ਬਹੁਤ ਘਾਟੇ ਦੇਖਣ ਨੂੰ ਮਿਲਦਾ, ਅਬਲ ਤੇ ਕੋਈ ਕਿਸੇ ਨੂੰ ਪੁੱਛਦਾ ਹੀ ਨਹੀਂ। ਤੇ ਮੈਂ ਪਿੱਛੇ ਜੇ ਚੰਡੀਗੜ੍ਹ ਗਿਆ ਕਿਸੇ ਰਿਸ਼ਤੇਦਾਰ ਦੇ, ਤੇ ਉਹ ਮੈਂ ਹਾਸੇ ਜੀ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਜੀ ਆ ਤੁਹਾਡੇ ਨਾਲ ਦੇ ਕੀ ਕਰਦੇ? ਉਹ ਆਂਦੇ ਭਾਜੀ ਇੱਥੇ ਕੁਛ ਨਹੀਂ ਪਤਾ ਲੱਗਦਾ, ਆਂਦੇ ਇੱਥੇ ਤੇ ਕੋਈ ਕਿਸੇ ਦਾ ਮਰ ਵੀ ਗਿਆ ਤਾਂ ਵੀ ਨਹੀਂ ਪਤਾ ਲੱਗਦਾ, ਉਦੋਂ ਹੀ ਪਤਾ ਲੱਗਦਾ ਜਦੋਂ ਬੋਡੀ ਬਾਹਰ ਲੈ ਕੇ ਆਉਂਦੇ।
ਜਾਂ ਕਿਸੇ ਦੇ ਕੋਈ ਵਿਆਹ ਹੋਏ ਤੇ ਕੋਈ ਤਿਆਰੀ ਤੁਰੀ ਕਰਨ ਡਿਆ ਤੇ ਫੇਰ ਪਤਾ ਲੱਗਦਾ ਵੀ ਇਹਦੇ ਘਰ ਵਿਆਹ। ਮਤਲਬ ਮੈਂ ਕਿਹਾ ਤੁਸੀਂ ਆਪਣੇ ਨਾਲ ਦੇ ਘਰ ਦਾ ਵੀ ਨਹੀਂ ਪਤਾ ਰੱਖਦੇ। ਉਹ ਆਂਦੇ ਜੀ ਟਾਈਮ ਕਿੱਥੇ ਹੁੰਦਾ। ਸੋ ਅਸੀਂ ਇਸ ਲੈਵਲ ਤੇ ਪਹੁੰਚ ਚੁੱਕੇ ਹਾਂ। ਪਰ ਮੈਂ ਇਹ ਚੀਜ਼, ਅਸੀਂ ਸਰ ਇੱਕ ਪੇਂਡੂ ਪਰਿਵਾਰ 'ਚ ਮਤਲਬ ਪਲੇ ਆ। ਅਸੀਂ ਮਤਲਬ ਨਿੱਕੇ ਨਿੱਕੇ ਹੁੰਦੇ ਰੂੜੀਆਂ ਦੇ ਟਾਇਰ ਚਲਾਉਂਦੇ ਹੁੰਦੇ ਸੀਗੇ ਸਾਈਕਲਾਂ ਦੇ, ਠੀਕ ਹੈ ਜੀ। ਬਚਪਨ ਮਤਲਬ ਜਿਹੜਾ ਵਾ ਗਰੀਬੀ ਹੰਢਾਈ ਆ ਬਚਪਨ ਦੇ ਵਿੱਚ, ਬੜੇ ਬਹੁਤ ਸਟਰਗਲ ਦੇਖੇ ਆ ਲਾਈਫ ਦੇ ਵਿੱਚ। ਸੋ ਜਿਹੜੀ ਚੀਜ਼ ਤੁਸੀਂ ਆਪਣੀ ਲਾਈਫ 'ਚ ਨਹੀਂ ਮਹਿਸੂਸ ਕੀਤੀ, ਉਹ ਤੁਸੀਂ ਦੂਜੇ ਲਈ ਕਿੱਦਾਂ ਕਰ ਪਾਓਗੇ। ਤੇ ਜ਼ਰੂਰੀ ਨਹੀਂ ਇਹਦੇ ਲਈ ਹੁੰਦਾ ਕਿ ਅਸੀਂ ਗਰੀਬ ਪਰਿਵਾਰ 'ਚ ਜੰਮੀਏ ਫੇਰ ਹੀ ਸਾਨੂੰ ਇਨਸਾਨੀਅਤ ਦੀ ਪਹਿਚਾਣ ਆਉਣੀ ਆ। ਉਹ ਕੁਦਰਤੀ ਹੁੰਦਾ ਸਰ, ਇੱਕ ਮਨ ਅੰਦਰੋਂ ਪਰਮਾਤਮਾ ਨੇ। ਸਾਡੇ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਫੋਲੋ